ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਸਟੈਟਿਸਟਿਕਸ ਕੈਨੇਡਾ ਚੈੱਕ ਕਰਦੇ ਹਾਂ ਤਾਂ ਅੱਜ ਦੀ ਡੇਟ ਦੇ ਵਿੱਚ ਵੀ ਹੈਲਥ ਵਰਕਰਸ ਦੀਆਂ ਜਾਂ ਸਿੱਧਾ ਆਪਾਂ ਕਹਿ ਲਈਏ ਕਿ ਨਰਸਿੰਗ ਵਾਲੇ ਕੈਂਡੀਡੇਟਸ ਦੀਆਂ 50,000 ਵੈਕੈਂਸੀਜ਼ ਹਲੇ ਵੀ ਪਈਆਂ। ਨਰਸਿੰਗ ਦੀ ਪੜ੍ਹਾਈ ਕਰਨ ਉਹੀ ਬੱਚਾ ਜਾਵੇ ਜਿਹਦਾ ਮਾਈਂਡਸੈਟ ਹੈ, ਜਿਹੜਾ ਸਾਇੰਸ ਬੈਕਗ੍ਰਾਉਂਡ ਤੋਂ ਹੈ, ਜਿਹਦਾ ਅਲਟੀਮੇਟ ਟਾਰਗੇਟ ਐਜ਼ ਏ ਨਰਸ ਪ੍ਰੈਕਟਿਸ ਕਰਨਾ ਹੈ ਜਾਂ ਐਜ਼ ਏ ਹੈਲਥ ਵਰਕਰ ਪ੍ਰੈਕਟਿਸ ਕਰਨਾ ਹੈ। ਉਹੀ ਜਾਵੇ। ਪੜ੍ਹਾਈ 5 ਦਿਨ ਕਰਨੀ ਹੀ ਪੈਣੀ ਹੈ, ਚਾਹੇ ਕਾਲਜ ਹੈ ਚਾਹੇ ਯੂਨੀਵਰਸਿਟੀ, ਉਹਦੇ 'ਚ ਕੋਈ ਵੀ ਰਿਲੈਕਸੇਸ਼ਨ ਉਹਨੂੰ ਨਹੀਂ ਮਿਲਣੀ। ਸੋ ਪੜ੍ਹਨ ਦਾ ਮਾਦਾ ਜਿਹੜਾ ਰੱਖਦਾ ਹੈ ਉਹ ਜਾਵੇ ਨਰਸਿੰਗ ਦੇ ਵਿੱਚ ਟਾਈਮ ਪਾਸ ਕਰਨ ਵਾਲੇ ਨਾਲ। ਹਾਈਐਸਟ ਪੇਡ ਜੌਬ ਜਿਹੜੀ ਹੈਗੀ ਉਹ ਹੈਲਥ ਕੇਅਰ ਵਰਕਰਸ ਦੀ ਹੋਈ ਹੈ। ਔਰ ਸਭ ਤੋਂ ਬੜੀ ਚੀਜ਼ ਕੀ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ ਡਿਮਾਂਡ ਹੈ, ਉਹਨਾਂ ਨੂੰ ਚਾਹੀਦੀ ਹੈ ਬੱਚੇ ਨੇ ਬੀਐਸਸੀ ਨਰਸਿੰਗ ਇੱਥੋਂ ਕਰ ਲਈ, ਹੁਣ ਉਹਨੇ ਕੈਨੇਡਾ ਦੇ ਵਿੱਚ ਬੀਐਸਸੀ ਨਰਸਿੰਗ 'ਚ ਐਡਮਿਸ਼ਨ ਲੈਣੀ ਹੈ ਤਾਂ ਉਹਨੂੰ ਕ੍ਰਾਸ ਕ੍ਰੈਡਿਟ ਮਿਲ ਕੇ ਦੂਜੇ ਜਾਂ ਤੀਜੇ ਸਾਲ ਦੇ ਵਿੱਚ ਐਂਟਰੀ ਵੀ ਮਿਲ ਜਾਂਦੀ ਹੈ। ਇਦਾਂ ਦੀਆਂ ਪੋਸੀਬਿਲਿਟੀਜ਼ ਵੀ ਹੈਗੀਆਂ। ਤਾਂ ਜਿਹਨੇ ਇੱਥੇ ਕਰ ਲਈ ਉੱਥੇ ਫਿਰ ਉੱਥੇ ਜਾ ਕੇ ਕਿਉਂ ਕਰਨੀ ਪੈਂਦੀ ਕਿ ਇੱਥੋਂ ਵਾਲੀ ਉੱਥੇ ਐਕਸੈਪਟਡ ਨਹੀਂ ਹੈਗੀ? ਔਰ ਜਿਹੜਾ ਬੱਚਾ ਇੱਥੋਂ ਬੀਐਸਸੀ ਤੋਂ ਬਾਅਦ ਫਿਰ ਜਾਂਦਾ ਹੈ ਫਿਰ ਉਹਨੂੰ ਬੀਐਸਸੀ ਨਰਸਿੰਗ ਮੈਂ ਐਡਵਾਈਜ਼ ਨਹੀਂ ਕਰਦਾ, ਫਿਰ ਉਹਨੂੰ ਹੈਲਥ ਕੇਅਰ ਦੇ ਪ੍ਰੋਗਰਾਮ 1 ਈਅਰ ਦੇ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ, ਹੈਲਥ ਕੇਅਰ ਮੈਨੇਜਮੈਂਟ ਦੇ 1 ਈਅਰ 'ਚ ਫਿਰ ਅੱਗੇ ਜਾ ਕੇ ਵਰਕ ਪਰਮਿਟ ਦੀ ਪ੍ਰੋਬਲਮ ਨਹੀਂ ਆਉਂਦੀ? ਅਸੀਂ ਓਨਟਾਰੀਓ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਕਿਊਬਿਕ ਦੇ ਵਿੱਚ ਐਸੇ ਆਪਸ਼ਨਸ ਲੈ ਕੇ ਆਏ ਆ ਜਿੱਥੇ ਅਗਰ ਬੱਚਾ ਬੀਐਸਸੀ ਨਰਸਿੰਗ ਕਰਨਾ ਚਾਹੁੰਦਾ ਹੈ, ਅਗਰ ਬੱਚਾ ਹੈਲਥ ਕੇਅਰ ਰਿਲੇਟਡ ਕੋਈ ਵੀ ਡਿਪਲੋਮਾ ਕਰਨਾ ਚਾਹੁੰਦਾ ਹੈ ਤਾਂ ਵਿਦਆਊਟ ਮੈਥਸ ਬੱਚੇ ਨੂੰ ਐਡਮਿਸ਼ਨ ਮਿਲੂਗੀ ਤੇ ਕੱਲ ਨੂੰ ਪਲੇਸਮੈਂਟ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਯੂਨੀਵਰਸਿਟੀ ਲੈਂਦੀ। ਅਸੀਂ ਰਿਕਮੈਂਡ ਇਹੀ ਕਰਦੇ ਹਾਂ ਕਿ ਉਹੀ ਬੱਚੇ ਅਪਲਾਈ ਕਰਨ ਜਿਹੜੇ 6 ਈਚ ਵਾਲੇ ਆ, ਕਿਉਂਕਿ ਉਹਦੇ ਨਾਲ ਬੱਚੇ ਦੀ ਫਾਈਲ ਐਸਟੀਐਸ ਦੇ ਵਿੱਚ ਲੱਗੂਗੀ, ਵੀਜ਼ਾ ਚਾਂਸਸ ਉਹਨੇ ਜ਼ਿਆਦਾ ਵਧੀਆ ਹੈ। ਔਰ ਦੂਸਰਾ ਕੈਨੇਡੀਅਨ ਗਵਰਨਮੈਂਟ ਵੀ ਇਹ ਚੀਜ਼ ਚਾਹੁੰਦੀ ਹੈ ਕਿ ਹੈਲਥ ਕੇਅਰ ਵਰਕਰ ਦੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਹੈਗੇ ਆ ਉਹ ਵਧੀਆ ਹੋਣੇ ਚਾਹੀਦੇ ਆ, ਬਿਕਾਜ਼ ਉਹ ਬਹੁਤ ਸੀਰੀਅਸ ਹੈ ਇਸ ਚੀਜ਼ ਨੂੰ। ਤਾਂ ਤੁਸੀਂ ਅਸਿਸਟ ਕਰਦੇ ਹੋ? ਬਿਲਕੁਲ ਅਸੀਂ ਅਸਿਸਟ ਕਰਦੇ। ਕਿਸੇ ਕੋਲੇ ਕੁੜੀ ਪੜ੍ਹੀ ਲਿਖੀ ਹੈ, ਆਇਲਸ 'ਚ ਬੈਂਡ ਚੰਗੇ ਹੈ ਤਾਂ ਵਿਆਹ ਨਾ ਕਰੋ, ਕੋਈ ਉਸ ਹੋ ਜਿਹੇ ਧੋਖੇ 'ਚ ਨਾ ਜਾਓ, ਲੋਨ ਕਰਾ ਲਓ ਔਰ ਫਿਰ ਪੈਸਾ ਹੌਲੀ ਕੁੜੀ ਕਮਾਊਗੀ ਤਾਂ ਮੋੜ ਦਿਆ ਜੇ ਉੱਥੇ ਜਾ ਕੇ। ਦੇਖੋ, ਜੇ ਸਿਰਫ ਇਸ ਵਜ੍ਹਾ ਕਰਕੇ ਵਿਆਹ ਹੋ ਰਿਹਾ ਕਿ ਉਹਨਾਂ ਕੋਲ ਪੈਸੇ ਲਾਉਣ ਨੂੰ ਹੈ ਨਹੀਂ ਤਾਂ ਮੈਂ ਕਹਿੰਦਾ ਬਿਲਕੁਲ ਨਾ ਕਰਿਓ। ਏਜ ਹੈਗੀ ਹੈ, ਵਿਆਹ ਦੀ ਏਜ ਹੈ, ਜਾਂ ਘਰ ਦੇ ਚਾਹੁੰਦੇ ਕਿ ਕੁੜੀ ਨੂੰ ਕੱਲੀ ਨਹੀਂ ਤੋਰਨਾ, ਵਿਆਹ ਕਰਕੇ ਤੋਰਨਾ, ਉਹ ਇੱਕ ਸੈਪਰੇਟ ਚੀਜ਼ ਹੈ। ਬਿਲਕੁਲ। ਪੈਸਿਆਂ ਦੀ ਕਮੀ ਕਰਕੇ ਅਗਰ ਕੋਈ ਵਿਆਹ ਕਰ ਰਿਹਾ ਤਾਂ ਨਾ ਕਰੋ। ਤਾਂ ਐਜੂਕੇਸ਼ਨ ਲੋਨ ਤੁਹਾਨੂੰ ਪ੍ਰੋਵਾਈਡ ਹੋਊਗਾ, ਬੈਂਕਸ ਹੈਗੇ ਆ, ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ। ਅਸੀਂ ਪਹਿਲੀ ਸਟੇਜ ਤੋਂ ਲੈ ਕੇ ਐਂਡ ਤੱਕ ਬੱਚੇ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ, ਜਦੋਂ ਤੱਕ ਲੋਨ ਡਿਸਬਰਸ ਹੋ ਕੇ ਬੱਚੇ ਦੇ ਅਕਾਊਂਟ ਦੇ ਵਿੱਚ ਨਹੀਂ ਆ ਜਾਂਦਾ ਉਦੋਂ ਤੱਕ। ਔਰ ਉਹਦੀ ਜ਼ਿੰਮੇਵਾਰੀ। ਕਰੋਨਾ ਤੋਂ ਬਾਅਦ ਪੂਰੀ ਦੁਨੀਆ ਦੇ ਹਾਲਾਤ ਬਦਲੇ, ਪਰ ਕੈਨੇਡਾ ਦੇ ਵਿੱਚ ਭਾਰੀ ਡਿਮਾਂਡ ਹੋਈ ਹੈਲਥ ਵਰਕਰਸ ਦੀ। ਇਹਦਾ ਸਿੱਧਾ ਫਾਇਦਾ ਪੰਜਾਬ ਨੂੰ ਹੈ, ਭਾਰਤ ਦੇ ਸਟੂਡੈਂਟਸ ਨੂੰ ਹੈ। ਤਾਂ ਫਿਰ ਕੀ ਕੀਤਾ ਜਾਵੇ, ਕਿਹਦੀ ਡਿਮਾਂਡ ਹੈ, ਕਿਵੇਂ ਜਿਨ੍ਹਾਂ ਨੇ ਜਾਣਾ ਹੈ ਉਹ ਐਜ਼ ਹੈਲਥ ਵਰਕਰਸ, ਖਾਸ ਤੌਰ ਤੇ ਨਰਸਿੰਗ ਵਾਲੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਬਹੁਤ ਫਾਇਦਾ ਹੋਇਆ। ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਔਰ ਅੱਜ ਇਹ ਵੀ ਚਰਚਾ ਕਰਾਂਗੇ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਈ ਕਿ ਵਿਆਹ ਕਰਕੇ ਕੁੜੀਆਂ ਨੂੰ ਬਾਹਰ ਭੇਜਿਆ ਜਾਂਦਾ ਤੇ ਫਿਰ ਮੁੱਕਰ ਜਾਂਦੀਆਂ, ਰੌਲਾ ਪਿਆ, ਉਹਦਾ ਇੱਕ ਹੱਲ ਕੱਢਿਆ। ਹੱਲ ਕੀ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਸਾਡੇ ਨਾਲ BSPW ਤੋਂ ਸੁਨੀਲ ਚੌਧਰੀ ਸਾਹਿਬ ਨੇ। ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੁਨੀਲ ਜੀ, ਕਰੋਨਾ ਤੋਂ ਬਾਅਦ ਜ਼ਾਹਿਰ ਜੀ ਗੱਲ ਹੈ ਦੁਨੀਆ ਬਦਲੀ ਹੈ, ਕੈਨੇਡਾ ਦੀ ਸਿਚੁਏਸ਼ਨ ਕੀ ਹੋਈ ਹੈ ਔਰ ਹੁਣ ਇਹ ਸੁਣਨ ਚ ਆ ਰਿਹਾ ਕਿ ਹੈਲਥ ਵਰਕਰਸ ਦੀ ਡਿਮਾਂਡ ਬਹੁਤ ਵੱਧ ਗਈ? ਹੈਲਥ ਵਰਕਰਸ ਦੀ ਡਿਮਾਂਡ ਨਾ ਸਿਰਫ ਕੈਨੇਡਾ 'ਚ ਵਧੀ ਹੈ, ਪੂਰੇ ਵਰਲਡ 'ਚ ਹੀ ਵਧੀ ਹੈ। ਕਿ ਕੋਵਿਡ ਤੋਂ ਬਾਅਦ ਇੱਕ ਚੀਜ਼ ਰਿਅਲਾਈਜ਼ ਕਰ ਲਈ ਸਾਰੀ ਦੁਨੀਆ ਨੇ ਕਿ ਹੈਲਥ ਵਰਕਰ ਜਿਸ ਕੰਟਰੀ ਕੋਲ ਜਿੰਨੇ ਜ਼ਿਆਦਾ ਹੋਣਗੇ ਉਹ ਕੰਟਰੀ ਉਨੀ ਮਹਿਫੂਜ਼ ਹੈ, ਉਨੀ ਸੇਫ ਹੈ। ਇਹ ਚੀਜ਼ ਕੈਨੇਡਾ ਨੇ ਵੀ ਫੀਲ ਕੀਤੀ। ਸੋ ਅਗਰ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਸਟੈਟਿਸਟਿਕਸ ਕੈਨੇਡਾ ਚੈੱਕ ਕਰਦੇ ਹਾਂ ਤਾਂ ਅੱਜ ਦੀ ਡੇਟ ਦੇ ਵਿੱਚ ਵੀ ਹੈਲਥ ਵਰਕਰਸ ਦੀਆਂ ਜਾਂ ਸਿੱਧਾ ਆਪਾਂ ਕਹਿ ਲਈਏ ਕਿ ਨਰਸਿੰਗ ਵਾਲੇ ਕੈਂਡੀਡੇਟਸ ਦੀਆਂ 50,000 ਵੈਕੈਂਸੀਜ਼ ਹਲੇ ਵੀ ਪਈਆਂ। ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਕੋਵਿਡ ਦੇ ਡਿਊਰਿੰਗ ਬਹੁਤ ਸਾਰੇ ਜਿਹੜੇ ਹੈਲਥ ਵਰਕਰ ਸੀਗੇ ਉਹਨਾਂ ਨੂੰ ਲੱਗਿਆ ਕਿ ਸਟ੍ਰੈਸ ਦੀ ਜੌਬ ਹੈ, ਡਰ ਦਾ ਮਾਹੌਲ ਵੀ ਬਣਿਆ ਕਿ ਪਤਾ ਨਹੀਂ ਕੀ ਹੋਣਾ ਹੈ, ਫੈਮਿਲੀਜ਼ ਵੀ ਇਨਵੋਲਵ ਹੈਗੀਆਂ ਨੇ, ਤਾਂ ਬਹੁਤ ਸਾਰੇ ਲੋਕ ਜੌਬ ਛੱਡ ਵੀ ਗਏ। ਪਰ ਇੰਡੀਆ ਦੇ ਵਿੱਚ ਜਦੋਂ ਇੱਕ ਲੜਕੀ ਕੋਈ ਵੀ GNM ਜਾਂ BSc ਨਰਸਿੰਗ ਦੀ ਪੜ੍ਹਾਈ ਸ਼ੁਰੂ ਕਰਦੀ ਹੈ ਤਾਂ ਉਹਦਾ ਟਾਰਗੇਟ ਸਿੱਧਾ ਇਹੀ ਹੁੰਦਾ ਹੈ, ਉਹਨੇ ਇੰਡੀਆ 'ਚ ਰਹਿਣ ਵਾਸਤੇ ਪੜ੍ਹਾਈ ਨਹੀਂ ਸ਼ੁਰੂ ਕੀਤੀ ਹੁੰਦੀ। ਉਹਦਾ ਟਾਰਗੇਟ ਹੁੰਦਾ ਹੈ ਕਿ ਅੱਜ ਨਹੀਂ ਕੱਲ੍ਹ ਜੇ ਉਹਦੇ ਘਰਦਿਆਂ ਕੋਲ ਪੈਸੇ ਹੈ ਤਾਂ ਉਹ ਡਾਇਰੈਕਟ ਕੈਨੇਡਾ ਦੀ ਫਲਾਈਟ ਲੈਣਗੇ, ਕੈਨੇਡਾ ਦਾ ਵੀਜ਼ਾ ਫਾਈਲ ਕਰਨਗੇ। ਜੇ ਨਹੀਂ ਵੀ ਹੈ ਤਾਂ BSc ਦੀ ਪੜ੍ਹਾਈ ਉਰੇ ਕਰ ਲਓ, GNM ਕਰ ਲਓ, ਤਾਂ ਕੱਲ੍ਹ ਨੂੰ ਕੋਈ ਚੰਗਾ ਪਰਿਵਾਰ ਮਿਲ ਜੂਗਾ ਪੈਸੇ ਲਾਉਣ ਵਾਲਾ ਤੇ ਉਹਦੇ ਨਾਲ ਉੱਥੇ ਜਾ ਕੇ ਉਹ ਸੈਟਲ ਹੋਣਗੇ। ਪਰ ਕੰਮ ਉਹਨਾਂ ਨੇ ਐਜ਼ ਏ ਹੈਲਥ ਵਰਕਰ ਹੀ ਕਰਨਾ। ਨਹੀਂ, ਉੱਥੇ ਜਾ ਕੇ ਜਿਵੇਂ ਆਮ ਤੌਰ ਤੇ ਤਾਂ ਇਹ ਹੁੰਦਾ ਜਿਹੜੀ ਪੜ੍ਹਾਈ ਕਰਨ ਗਿਆ, ਕੋਈ MBA ਕਰਨ ਗਿਆ, ਉੱਥੇ MBA ਨਾਂ ਦੀ ਹੁੰਦੀ ਹੈ, ਕੰਮ ਹੋਰ ਕਰਦੇ ਹੈ। ਇਸ ਨਰਸਿੰਗ ਦੀ ਸਿਚੁਏਸ਼ਨ ਕੈਸੀ ਹੁੰਦੀ ਹੈ? ਨਰਸਿੰਗ ਜਾਂ ਹੈਲਥ ਕੇਅਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਬੱਚੇ ਨੂੰ ਬਹੁਤ ਸੀਰੀਅਸ ਬੱਚਾ ਹੀ ਉੱਥੇ ਜਾਵੇ, ਕਿਉਂਕਿ ਕੈਨੇਡਾ ਇਸ ਚੀਜ਼ ਨੂੰ ਲੈ ਕੇ, ਹੈਲਥ ਸੈਗਮੈਂਟ ਨੂੰ ਲੈ ਕੇ ਕੈਨੇਡਾ ਬਹੁਤ ਸੀਰੀਅਸ ਹੈ। ਦੂਜੀ ਕੋਈ ਵੀ ਪੜ੍ਹਾਈ ਕਰਨ ਬੱਚਾ ਜਾ ਰਿਹਾ ਹੈ, ਬੱਚਾ 2 ਦਿਨ ਪੜ੍ਹ ਰਿਹਾ, 3 ਦਿਨ ਪੜ੍ਹ ਰਿਹਾ, ਚੱਲ ਜੂਗਾ। ਪਰ ਨਰਸਿੰਗ ਦੀ ਪੜ੍ਹਾਈ ਕਰਨ ਉਹੀ ਬੱਚਾ ਜਾਵੇ ਜਿਹਦਾ ਮਾਈਂਡਸੈਟ ਹੈ, ਜਿਹੜਾ ਸਾਇੰਸ ਬੈਕਗ੍ਰਾਉਂਡ ਤੋਂ ਹੈ, ਜਿਹਦਾ ਅਲਟੀਮੇਟ ਟਾਰਗੇਟ ਐਜ਼ ਏ ਨਰਸ ਪ੍ਰੈਕਟਿਸ ਕਰਨਾ ਹੈ ਜਾਂ ਐਜ਼ ਏ ਹੈਲਥ ਵਰਕਰ ਪ੍ਰੈਕਟਿਸ ਕਰਨਾ ਹੈ।
ਉਹੀ ਜਾਵੇ। ਪੜ੍ਹਾਈ 5 ਦਿਨ ਕਰਨੀ ਹੀ ਪੈਣੀ ਹੈ, ਚਾਹੇ ਕਾਲਜ ਹੈ ਚਾਹੇ ਯੂਨੀਵਰਸਿਟੀ, ਉਹਦੇ 'ਚ ਕੋਈ ਵੀ ਰਿਲੈਕਸੇਸ਼ਨ ਉਹਨੂੰ ਨਹੀਂ ਮਿਲਣੀ। ਸੋ ਪੜ੍ਹਨ ਦਾ ਮਾਦਾ ਜਿਹੜਾ ਰੱਖਦਾ ਹੈ ਉਹ ਜਾਵੇ ਨਰਸਿੰਗ ਦੇ ਵਿੱਚ, ਟਾਈਮ ਪਾਸ ਕਰਨ ਵਾਲੇ ਨਾ ਜਾਣ। +2 ਤੋਂ ਬਾਅਦ? +2 ਤੋਂ ਬਾਅਦ, ਬਿਲਕੁਲ +2 ਤੋਂ ਬਾਅਦ ਜਿਹੜੇ ਬੱਚੇ ਨੇ +2 ਮੈਡੀਕਲ ਕੀਤੀ ਹੈ ਉਹ ਵੀ ਜਾ ਸਕਦਾ ਹੈ। ਜਿਹੜੇ ਬੱਚੇ ਨੇ ਉਰੇ GNM ਕੀਤੀ ਹੈ ਉਹਦੇ ਕੋਲ ਵੀ ਆਪਸ਼ਨਸ ਹੈਗੇ। ਜਿਹੜੇ ਬੱਚੇ ਨੇ ਇੱਥੇ BSc ਨਰਸਿੰਗ ਕੀਤੀ ਹੈ ਉਹ ਵੀ ਅੱਗੇ BSc ਨਰਸਿੰਗ ਦੇ ਵਿੱਚ ਜਾ ਸਕਦਾ ਹੈ, ਪ੍ਰੋਵਾਈਡਡ ਕਿ ਉਹਨੂੰ ਸਮਟਾਈਮਸ ਕੀ ਹੁੰਦਾ ਕਿ ਬੱਚੇ ਨੇ BSc ਨਰਸਿੰਗ ਇੱਥੋਂ ਕਰ ਲਈ, ਹੁਣ ਉਹਨੇ ਕੈਨੇਡਾ ਦੇ ਵਿੱਚ BSc ਨਰਸਿੰਗ 'ਚ ਐਡਮਿਸ਼ਨ ਲੈਣੀ ਹੈ, ਤਾਂ ਉਹਨੂੰ ਕ੍ਰਾਸ ਕ੍ਰੈਡਿਟ ਮਿਲ ਕੇ ਦੂਜੇ ਜਾਂ ਤੀਜੇ ਸਾਲ ਦੇ ਵਿੱਚ ਐਂਟਰੀ ਵੀ ਮਿਲ ਜਾਂਦੀ ਹੈ। ਇਦਾਂ ਦੀਆਂ ਪੋਸੀਬਿਲਿਟੀਜ਼ ਵੀ ਹੈਗੀਆਂ। ਤਾਂ ਜਿਹਨੇ ਇੱਥੇ ਕਰ ਲਈ ਉੱਥੇ ਫਿਰ ਉੱਥੇ ਜਾ ਕੇ ਕਿਉਂ ਕਰਨੀ ਪੈਂਦੀ? ਕਿ ਇੱਥੋਂ ਵਾਲੀ ਉੱਥੇ ਐਕਸੈਪਟਡ ਨਹੀਂ ਹੈਗੀ? ਇੱਥੇ ਵਾਲੀ ਉੱਥੇ ਐਕਸੈਪਟ ਨਹੀਂ ਕਰਦੇ ਉਹ, ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਆਇਲਸ ਦਾ ਕ੍ਰਾਈਟੇਰੀਆ ਤਾਂ ਹੈ ਹੀ ਹੈ। 4 ਸਾਲ ਦੀ BSc ਅਗਰ ਇੱਥੇ ਕੀਤੀ ਹੋਈ ਹੈ ਤਾਂ ਉਹਨੂੰ ਕੈਨੇਡਾ ਨੇ ਸਿੱਧਾ 4 ਸਾਲ ਦੀ BSc ਨਰਸਿੰਗ ਨਹੀਂ ਮੰਨਣਾ। ਉੱਥੇ ਜਾ ਕੇ ਉਹਨੂੰ ਕੈਨੇਡਾ ਦਾ ਜੋ ਸਟੱਡੀ ਦਾ ਕ੍ਰਾਈਟੇਰੀਆ ਹੈਗਾ ਉਹ ਪੈਰਾਮੀਟਰਸ ਉਹਨੂੰ ਮੈਚ ਕਰਨੇ ਪੈਣੇ, ਫਿਰ ਹੀ ਉਹਨੂੰ ਜਾ ਕੇ ਉੱਥੇ ਬੈਚਲਰ ਡਿਗਰੀ। ਤਾਂ ਜ਼ਿਆਦਾ ਕਨਵੀਨੀਅੰਟ ਇਹ ਹੈ ਕਿ +2 ਤੋਂ ਬਾਅਦ ਹੀ ਜਾਇਆ ਜਾਵੇ। ਜੇ ਤੁਸੀਂ ਜਾਣ ਦਾ ਮਨ ਬਣਾਇਆ ਤਾਂ +2 ਤੋਂ ਬਾਅਦ ਹੀ ਜਾਓ। ਦੋਨੇ ਤਰ੍ਹਾਂ ਦੇ ਬੱਚੇ ਜਾ ਸਕਦੇ ਆ। ਪਹਿਲਾਂ ਤਾਂ ਜਿਹੜੇ ਬੱਚੇ ਦਾ ਮਨ ਹੈਗਾ +2 ਤੋਂ ਬਾਅਦ ਚਲੇ ਜੇ, ਬਹੁਤ ਵਧੀਆ, ਕਿਉਂਕਿ +2 ਤੋਂ ਬਾਅਦ ਇੱਕ ਬੱਚੇ ਨੂੰ ਐਸਾ ਮਾਹੌਲ ਮਿਲ ਜਾਂਦਾ, ਬੱਚਾ ਉਸ ਮਾਹੌਲ ਦੇ ਵਿੱਚ 3 ਸਾਲ 4 ਸਾਲ ਬੱਚਾ ਢਲ ਜਾਂਦਾ ਹੈ। ਪੇਰੈਂਟਸ ਨੂੰ ਵੀ ਪਤਾ ਹੈ ਕਿ ਹਾਂ ਬੱਚਾ ਕਰ ਰਿਹਾ ਪੜ੍ਹਾਈ, ਉਹਨਾਂ ਨੂੰ ਫਾਈਨੈਂਸਿਸ ਮੈਨੇਜ ਕਰਨੇ ਸੌਖੇ ਹੈ। ਔਰ ਜਿਹੜਾ ਬੱਚਾ ਇੱਥੋਂ BSc ਤੋਂ ਬਾਅਦ ਫਿਰ ਜਾਂਦਾ ਹੈ, ਫਿਰ ਉਹਨੂੰ BSc ਨਰਸਿੰਗ ਮੈਂ ਐਡਵਾਈਜ਼ ਨਹੀਂ ਕਰਦਾ, ਫਿਰ ਉਹਨੂੰ ਹੈਲਥ ਕੇਅਰ ਦੇ ਪ੍ਰੋਗਰਾਮ 1 ਈਅਰ ਦੇ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ, ਹੈਲਥ ਕੇਅਰ ਮੈਨੇਜਮੈਂਟ ਦੇ 1 ਈਅਰ 'ਚ ਫਿਰ ਅੱਗੇ ਜਾ ਕੇ ਵਰਕ ਪਰਮਿਟ ਦੀ ਪ੍ਰੋਬਲਮ ਨਹੀਂ ਆਉਂਦੀ? ਨਹੀਂ, ਕੋਈ ਪ੍ਰੋਬਲਮ ਨਹੀਂ। ਦੇਖੋ, ਅਸੀਂ ਐਸੇ ਕਾਲਜਸ ਐਸੇ ਯੂਨੀਵਰਸਿਟੀਜ਼ ਦੀ ਅੱਜ ਗੱਲ ਕਰਨੀ ਹੈ, ਅਸੀਂ ਲੈ ਕੇ ਆਏ ਹਾਂ ਜਿਹਦੇ 'ਚ ਕੀ ਹੈ ਕਿ ਅਗਰ BSc ਨਰਸਿੰਗ ਬੱਚੇ ਨੇ ਕੀਤੀ ਹੋਈ ਹੈ ਤਾਂ 1 ਸਾਲ ਜਾਂ 2 ਸਾਲ ਦੇ ਡਿਪਲੋਮਾ ਕੋਰਸਿਸ ਅਗਰ ਬੱਚਾ ਉੱਥੇ ਜਾ ਕੇ ਕਰਦਾ ਹੈ ਤਾਂ ਪਹਿਲਾਂ ਤਾਂ 100% ਪਲੇਸਮੈਂਟ ਦੀ ਗਾਰੰਟੀ ਉਹ ਯੂਨੀਵਰਸਿਟੀ ਜਾਂ ਕਾਲਜ ਲੈਂਦਾ ਹੈ ਕਿ ਉਹਨਾਂ ਤੋਂ ਪੜ੍ਹੇ ਹੋਏ ਬੱਚੇ ਨੂੰ 100% ਉਹ ਪਲੇਸ ਕਰਾਉਣਗੇ, ਪਹਿਲੀ ਚੀਜ਼। ਦੂਜੀ ਚੀਜ਼ ਕਿ ਜਦੋਂ ਬੱਚੇ ਨੇ 2 ਸਾਲ ਦੀ ਕੋਈ ਵੀ ਸਟੱਡੀ ਕਰ ਲਈ ਤਾਂ ਉਹ 3 ਇਅਰਸ ਦੇ ਵਰਕ ਪਰਮਿਟ ਲਈ ਵੈਸੇ ਹੀ ਐਲੀਜੀਬਲ ਹੋ ਗਿਆ, ਤਾਂ ਉਹਨੂੰ ਐਲੀਜੀਬਿਲਿਟੀ ਕ੍ਰਾਈਟੇਰੀਆ ਜੋ ਕੈਨੇਡੀਅਨ ਗਵਰਨਮੈਂਟ ਦਾ ਬਣਾਇਆ ਹੋਇਆ ਉਹਦੇ ਹਿਸਾਬ ਨਾਲ ਉਹਨੂੰ ਜਿਹੜਾ 3 ਸਾਲ ਦਾ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ। ਮੈਥਸ ਲਾਜ਼ਮੀ ਨਹੀਂ ਹੈ +2 ਵਾਲੇ ਜਿਹੜਾ ਸਟੂਡੈਂਟ ਹੋਵੇ, ਮੈਥਸ ਬੈਕਗ੍ਰਾਉਂਡ ਹੋਵੇ ਉਹਦੀ? ਜਦੋਂ ਬੱਚੇ ਨੇ ਨਰਸਿੰਗ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਉਹਦੇ ਵਿੱਚ 90% ਜੋ ਯੂਨੀਵਰਸਿਟੀਜ਼ ਦਾ ਕ੍ਰਾਈਟੇਰੀਆ ਹੁਣ ਤੱਕ ਬੱਚਿਆਂ ਨੂੰ ਲੱਗਦਾ ਸੀ ਕਿ 90% ਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਹੈਗੀ ਹੈ, ਪਰ ਉਹ ਰਿਕੁਆਇਰਮੈਂਟ ਬਹੁਤ ਸਾਰੇ ਕਾਲਜਸ, ਬਹੁਤ ਸਾਰੇ ਯੂਨੀਵਰਸਿਟੀਜ਼ ਐਸੀਆਂ ਹੈਗੀਆਂ ਜਿੱਥੇ ਬੱਚੇ ਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਗਰ ਪੜ੍ਹਿਆ ਹੈ +2 ਦੇ ਵਿੱਚ ਤਾਂ ਉਹ ਡਾਇਰੈਕਟ BSc ਨਰਸਿੰਗ ਦੇ ਵਿੱਚ ਵੀ ਐਡਮਿਸ਼ਨ ਲੈ ਸਕਦਾ ਹੈ। ਕੁਝ ਪ੍ਰੋਗਰਾਮ ਹੈਗੇ ਆ ਲਾਇਸੈਂਸਡ ਪ੍ਰੈਕਟੀਕਲ ਨਰਸਿੰਗ, 2 ਸਾਲ ਦਾ ਜਿਹਨੂੰ ਆਪਾਂ ਡਿਪਲੋਮਾ ਕਹਿ ਦਿੰਦੇ ਹਾਂ, ਸਿੰਪਲ ਲੈਂਗੁਏਜ ਦੇ ਵਿੱਚ ਨਰਸਿੰਗ ਦਾ ਡਿਪਲੋਮਾ, ਉਹਦੇ ਵਿੱਚ ਬੱਚਾ ਡਾਇਰੈਕਟ ਐਡਮਿਸ਼ਨ ਲੈ ਸਕਦਾ ਹੈ ਬਿਨਾ ਮੈਥ ਤੋਂ। ਸੋ ਬੱਚੇ ਕੋਲ ਓਨਟਾਰੀਓ ਦੇ ਵਿੱਚ ਵੀ ਆਪਸ਼ਨ ਹੈ। ਵੀਜ਼ਾ ਪ੍ਰੋਬੇਬਿਲਿਟੀ ਹੁੰਦੀ ਹੈ ਫਿਰ ਉਹਦੀ? ਇਹ ਤਾਂ ਨਹੀਂ ਹੈ ਕਿ ਵਿਦ ਮੈਥਸ ਵਾਲਿਆਂ ਨੂੰ ਜਿਹੜੇ ਕੋਰਸਸ ਨੇ ਉਹਨਾਂ 'ਚ ਵੀਜ਼ਾ ਜਲਦੀ ਆਉਂਦਾ ਹੋਵੇ। ਦੇਖੋ, ਐਡਮਿਸ਼ਨ ਦਾ ਕ੍ਰਾਈਟੇਰੀਆ ਕਾਲਜ ਯੂਨੀਵਰਸਿਟੀ ਨੇ ਦੇਖਣਾ ਹੈ। ਐਮਬੈਸੀ ਕੀ ਦੇਖਦੀ ਹੈ? ਐਮਬੈਸੀ ਦੇਖਦੀ ਹੈ ਕਿ ਬੱਚੇ ਦੇ ਫਾਈਨੈਂਸਿਸ ਪੂਰੇ ਹੈ, ਬੱਚਾ ਆਇਲਸ ਦੀ ਰਿਕੁਆਇਰਮੈਂਟ ਮੀਟ ਕਰ ਰਿਹਾ ਤੇ ਬੱਚੇ ਕੋਲ ਵੈਲਿਡ ਲੈਟਰ ਆਫ ਐਕਸੈਪਟੈਂਸ ਕਿਸੇ ਯੂਨੀਵਰਸਿਟੀ ਜਾਂ ਕਾਲਜ ਤੋਂ ਹੈਗੀ ਹੈ। ਜੇ ਹੁਣ ਯੂਨੀਵਰਸਿਟੀ ਜਾਂ ਕਾਲਜ ਨੇ ਆਫਰ ਲੈਟਰ ਦਿੱਤੀ ਹੈ, ਉਹਨਾਂ ਨੇ ਫੀਸ ਲਈ ਹੈ, ਉਸ ਤੋਂ ਬਾਅਦ ਉਹਨਾਂ ਨੇ ਫੀਸ ਦੀ ਰਿਸੀਟ ਦਿੱਤੀ ਹੈ, ਇਟ ਮੀਨਸ ਉਹਨਾਂ ਨੇ ਬੱਚੇ ਦੀ ਜੈਨੂਇਨਿਟੀ ਜਾਂ ਜੋ ਐਲੀਜੀਬਿਲਿਟੀ ਕ੍ਰਾਈਟੇਰੀਆ ਐਂਟਰੀ ਰਿਕੁਆਇਰਮੈਂਟ ਹੈ ਉਹਨਾਂ ਨੇ ਚੈੱਕ ਕਰਕੇ ਹੀ ਦਿੱਤੀ ਹੈ। ਸੋ ਐਮਬੈਸੀ ਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਨਹੀਂ। ਐਮਬੈਸੀ ਵੱਲੋਂ ਕੋਈ ਮੈਥ ਦੀ ਰਿਕੁਆਇਰਮੈਂਟ ਨਹੀਂ ਹੈ। ਮੈਥ ਦੀ ਰਿਕੁਆਇਰਮੈਂਟ ਜੇ ਕੁਝ ਯੂਨੀਵਰਸਿਟੀਜ਼ ਦੇ ਵਿੱਚ ਹੈਗੀ ਵੀ ਹੈ ਤਾਂ ਉਹ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ ਹੈ ਕਿ ਉਹ ਚਾਹੁੰਦੇ ਆ ਕਿ ਮੈਥ ਨਾਲ ਹੋਣਾ ਚਾਹੀਦਾ। ਬਟ ਅਸੀਂ ਓਨਟਾਰੀਓ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਕਿਊਬਿਕ ਦੇ ਵਿੱਚ ਐਸੇ ਆਪਸ਼ਨਸ ਲੈ ਕੇ ਆਏ ਹਾਂ ਜਿੱਥੇ ਅਗਰ ਬੱਚਾ BSc ਨਰਸਿੰਗ ਕਰਨਾ ਚਾਹੁੰਦਾ ਹੈ, ਅਗਰ ਬੱਚਾ ਹੈਲਥ ਕੇਅਰ ਰਿਲੇਟਡ ਕੋਈ ਵੀ ਡਿਪਲੋਮਾ ਕਰਨਾ ਚਾਹੁੰਦਾ ਹੈ ਤਾਂ ਵਿਦਆਊਟ ਮੈਥਸ ਬੱਚੇ ਨੂੰ ਐਡਮਿਸ਼ਨ ਮਿਲੂਗੀ ਤੇ ਕੱਲ ਨੂੰ ਪਲੇਸਮੈਂਟ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਯੂਨੀਵਰਸਿਟੀ ਲੈਂਦੀ ਹੈ। ਮੈਂ ਇਹੀ ਸਵਾਲ ਸੀਗਾ ਕਿ ਪਲੇਸਮੈਂਟ ਬਹੁਤ ਇੰਪੋਰਟੈਂਟ ਹੈ, ਕਿ ਇਹ ਤਾਂ ਨਹੀਂ ਹੈ ਕਿ ਉੱਥੇ ਕੋਰਸਸ ਕਰਨ ਤੋਂ ਬਾਅਦ ਫਿਰ ਉਹੀ ਨੌਕਰੀ ਲੱਭਣੀ ਪੈਂਦੀ ਹੈ ਕਿ ਤੁਸੀਂ 10-10 ਘੰਟੇ ਦੀਆਂ ਸ਼ਿਫਟਾਂ ਲਾਉਣੀ ਹੋ, ਜਾਂ ਫਿਰ ਤੁਹਾਨੂੰ ਵਾਕਈ ਚੰਗੇ ਹਸਪੀਟਲਸ 'ਚ ਜਾਂ ਉਹੋ ਜਿਹੀਆਂ ਥਾਵਾਂ ਤੇ ਨੌਕਰੀ ਮਿਲਦੀ ਹੈ? ਹੈਲਥ ਕੇਅਰ ਵਰਕਰ ਦਾ ਜਿਹੜਾ ਪ੍ਰੋਫੈਸ਼ਨ ਹੈ ਨਾ, ਜੋ ਕੈਨੇਡੀਅਨ ਗਵਰਨਮੈਂਟ ਦਾ ਜਿਹੜਾ ਇੱਕ ਬੈਂਚਮਾਰਕ ਸੈੱਟ ਕੀਤਾ ਹੋਇਆ ਹੈ, ਮਿਨੀਮਮ ਵੇਜ ਰੇਟ ਜਿਹੜਾ ਹੈਗਾ $28 ਘੰਟੇ ਦਾ ਹੈਲਥ ਕੇਅਰ ਵਰਕਰਸ ਨੂੰ ਮਿਲਣਾ ਹੈ, ਪ੍ਰੋਵਾਈਡਡ ਕਿ ਹੈਲਥ ਕੇਅਰ ਵਰਕਰ ਉਹਨਾਂ ਨੇ ਉਹਨੂੰ ਕੰਸੀਡਰ ਕਰਨਾ ਹੈ ਜਾਂ ਤਾਂ ਬੱਚੇ ਨੇ BSc ਨਰਸਿੰਗ ਕੀਤੀ ਹੈ ਜਾਂ ਜਿਹੜਾ ਮੈਂ LPN ਦਾ ਡਿਪਲੋਮਾ ਕਿਹਾ, ਲਾਇਸੈਂਸ ਪ੍ਰੈਕਟੀਕਲ ਨਰਸਿੰਗ ਦਾ, ਉਹ ਬੱਚੇ ਨੇ ਕੀਤਾ ਹੈ, ਉਹੀ ਹੈਲਥ ਕੇਅਰ ਵਰਕਰ ਕੰਸੀਡਰ ਹੋਣਗੇ। 90% ਕੇਸਿਸ ਦੇ ਵਿੱਚ ਇੰਡੀਆ ਦੇ ਵਿੱਚ ਕੀ ਹੋ ਰਿਹਾ ਹੈ ਕਿ ਬੱਚਾ ਬਾਇਓ ਬੈਕਗ੍ਰਾਉਂਡ ਦਾ ਹੁੰਦਾ ਹੈ, +2 ਮੈਡੀਕਲ ਕੀਤੀ ਹੈ ਜਾਂ ਬੱਚੇ ਨੇ GNM ਕੀਤੀ ਹੈ ਜਾਂ BSc ਨਰਸਿੰਗ ਤੋਂ ਬਾਅਦ ਵੀ ਬੱਚੇ ਨੂੰ ਪ੍ਰੋਗਰਾਮ ਕਿਹੜਾ ਦਿੱਤਾ ਜਾਂਦਾ ਹੈ? ਬੱਚੇ ਨੂੰ ਪ੍ਰੋਗਰਾਮ ਦਿੱਤਾ ਜਾਂਦਾ ਅਰਲੀ ਚਾਈਲਡਹੁੱਡ ਐਜੂਕੇਸ਼ਨ, ਜਿਹੜਾ ਕਿ ਆਰਟਸ ਬੈਕਗ੍ਰਾਉਂਡ ਦਾ ਪ੍ਰੋਗਰਾਮ ਹੈ। ਉਹਦੀ ਵਜ੍ਹਾ ਇਹ ਵੀ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਕਾਲਜਸ ਦੇ ਕੋਲੇ ਪ੍ਰੋਗਰਾਮ ਹੈ ਤੇ ਉਸ ਕਰਕੇ ਪ੍ਰਮੋਟ ਕੀਤਾ ਜਾਂਦਾ ਹੈ ਤੇ ਬੱਚਾ ਸਿਰਫ ਤੇ ਸਿਰਫ ਵੀਜ਼ਾ ਦੇਖਦਾ ਹੈ। ਸੋ ਜਿਹੜੇ ਬੱਚੇ ਦਾ, ਜਿੱਦਾਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਕਿ ਜਿਹੜਾ ਬੱਚਾ ਸੀਰੀਅਸ ਹੈ ਨਰਸਿੰਗ ਪ੍ਰੋਫੈਸ਼ਨ ਨੂੰ ਲੈ ਕੇ ਜਾਂ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਹੈ, ਤਾਂ ਉਹਦੇ ਲਈ ਯੂਨੀਵਰਸਿਟੀ ਜਾਂ ਕਾਲਜਸ ਦੇ ਆਪਸ਼ਨ ਹੈਗੇ ਆ ਜੇ ਉਹ ਪੜ੍ਹਨਾ ਚਾਹੁੰਦਾ ਹੈ ਨਰਸਿੰਗ ਦੇ ਵਿੱਚ। ਇਹਦੇ 'ਚ LPN 'ਚ ਆਇਲਸ
ਦੀ ਰਿਕੁਆਇਰਮੈਂਟ ਉਹੀ ਆਇਲਸ ਦੀ ਰਿਕੁਆਇਰਮੈਂਟ ਓਵਰਆਲ 6 ਦੀ ਹੈਗੀ ਹੈ, ਇੱਕ ਮੋਡਿਊਲ 5.5 ਅਸੈਪਟ ਹੋ ਜਾਂਦੇ ਆ, ਬਟ ਅਸੀਂ ਰਿਕਮੈਂਡ ਇਹੀ ਕਰਦੇ ਹਾਂ ਕਿ ਉਹੀ ਬੱਚੇ ਅਪਲਾਈ ਕਰਨ ਜਿਹੜੇ 6 ਈਚ ਵਾਲੇ ਆ, ਕਿਉਂਕਿ ਉਹਦੇ ਨਾਲ ਬੱਚੇ ਦੀ ਫਾਈਲ SGS ਦੇ ਵਿੱਚ ਲੱਗੂਗੀ, ਵੀਜ਼ਾ ਚਾਂਸਸ ਉਹਨੇ ਜ਼ਿਆਦਾ ਵਧੀਆ ਹੈ। ਔਰ ਦੂਸਰਾ ਕੈਨੇਡੀਅਨ ਗਵਰਨਮੈਂਟ ਵੀ ਇਹ ਚੀਜ਼ ਚਾਹੁੰਦੀ ਹੈ ਕਿ ਹੈਲਥ ਕੇਅਰ ਵਰਕਰ ਦੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਹੈਗੇ ਆ ਉਹ ਵਧੀਆ ਹੋਣੇ ਚਾਹੀਦੇ ਆ, ਬਿਕਾਜ਼ ਉਹ ਬਹੁਤ ਸੀਰੀਅਸ ਹੈ ਇਸ ਚੀਜ਼ ਨੂੰ ਲੈ ਕੇ। ਨਾਨ SDS 'ਚ ਵੀ ਇਹ ਮਿਲ ਜਾਂਦਾ ਹੈ ਕੋਰਸ? ਨਾਨ SDS ਦੇ ਵਿੱਚ ਡਿਪਲੋਮਾ ਕੋਰਸ ਮਿਲ ਜਾਂਦਾ ਹੈ, ਬੈਚਲਰ ਪ੍ਰੋਗਰਾਮ ਨਹੀਂ ਮਿਲੂਗਾ, ਪਰ ਨਾਨ SDS ਦੇ ਵਿੱਚ ਅਸੀਂ ਰਿਕਮੈਂਡ ਕਰਦੇ ਹਾਂ ਕਿ ਜਿਹੜਾ ਕਿਉਂਕਿ ਸੀਟਸ ਬਹੁਤ ਲਿਮਿਟਡ ਹੈ, ਲਿਮਿਟਡ ਸੀਟਸ ਐਦਾਂ ਹੈ ਕਿ ਇੱਕ ਕਾਲਜ ਦੇ ਕੋਲ 20 ਜਾਂ 25 ਸੀਟਸ ਹੈਗੀਆਂ, ਤਾਂ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਵੀ ਪ੍ਰੈਫਰੈਂਸ ਹੁੰਦੀ ਹੈ ਕਿ ਜਿਹੜੇ ਬੱਚੇ ਅਕੈਡਮਿਕਲੀ ਬਹੁਤ ਸਟਰੋਂਗ ਹੈ, ਜਿਨ੍ਹਾਂ ਦਾ ਆਇਲਸ ਬਹੁਤ ਵਧੀਆ ਹੈ, ਸੋ ਉਹਨਾਂ ਨੂੰ ਹੀ ਐਡਮਿਸ਼ਨ ਦਿੱਤੀ ਜਾਵੇ, ਕਿਉਂਕਿ ਪ੍ਰੋਫਾਈਲ ਵਧੀਆ ਹੋਊਗਾ ਤਾਂ ਵੀਜ਼ਾ ਦੇ ਚਾਂਸਸ ਵੀ ਉਹਨੇ ਜ਼ਿਆਦਾ ਵਧੀਆ। ਕਾਲਜ ਯੂਨੀਵਰਸਿਟੀ ਵੀ ਆਪਣੀਆਂ ਸੀਟਸ ਖਰਾਬ ਨਹੀਂ ਕਰਨਾ ਚਾਹੁੰਦੇ। ਇੱਕ ਬੜਾ ਮੁੱਦਾ ਪਿਛਲੇ ਦਿਨਾਂ ਦੇ ਵਿੱਚ ਰਿਹਾ ਕਿ ਕੁੜੀਆਂ ਵਿਆਹ ਕਰਾ ਕੇ ਬਾਹਰ ਚਲੀਆਂ ਜਾਂਦੀਆਂ ਔਰ ਫਿਰ ਵਾਪਸ ਨਹੀਂ ਆਉਂਦੀਆਂ, ਜਾਂ ਜਿਹੜੇ ਮੁੰਡੇ ਇੱਧਰ ਰਹਿ ਜਾਂਦੇ ਉਹਨਾਂ ਨੂੰ ਬੁਲਾਉਂਦੀਆਂ ਨਹੀਂ। ਇਹਦੇ ਤੇ ਤੁਹਾਡਾ ਐਨਾਲਿਸਿਸ ਕੀ ਹੈ? ਤੁਸੀਂ ਸਿੱਟਾ ਕੀ ਕੱਢਿਆ ਇਸ ਗੱਲ ਦਾ? ਦੇਖੋ, ਸਿੱਟਾ ਇਹੀ ਹੈ ਕਿ ਅੱਜ ਜੋ ਅਸੀਂ ਕ੍ਰਾਈਟੇਰੀਆ ਇੱਥੇ ਜੋ ਅਸੀਂ ਦੇਖਦੇ ਹਾਂ, ਅੱਜ ਤੁਸੀਂ ਕਿਸੇ ਵੀ ਇੱਕ ਨੌਜਵਾਨ ਮੁੰਡੇ ਕੁੜੀ ਨਾਲ ਗੱਲ ਕਰਕੇ ਦੇਖ ਲਓ ਜਿਹੜਾ 23-24 ਸਾਲ ਦਾ ਹੈ, ਉਹ 30 ਸਾਲ ਦੀ ਏਜ ਤੱਕ ਵਿਆਹ ਨਹੀਂ ਕਰਾਉਣਾ ਚਾਹੁੰਦਾ, ਕਿਉਂਕਿ ਉਹ ਚਾਹੁੰਦਾ ਹੈ ਕਿ ਮੈਂ ਫਾਈਨੈਂਸ਼ੀਅਲੀ ਮੈਂ ਕਿਸੇ ਤੇ ਡਿਪੈਂਡੈਂਟ ਨਾ ਹੋਵਾਂ, ਜਦੋਂ ਤੱਕ ਮੈਂ ਇੰਡੀਪੈਂਡੈਂਟ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਵਿਆਹ ਨਹੀਂ ਕਰਾਉਣਾ। ਸਭ ਦੀ ਮੈਂਟੈਲਿਟੀ ਇਹੀ ਹੈ। ਅਗਰ 21 ਸਾਲ ਦੀ ਕੁੜੀ ਜਾਂ 19 ਸਾਲ 20 ਸਾਲ ਦੀਆਂ ਕੁੜੀਆਂ ਵਿਆਹ ਕਰ ਰਹੀਆਂ ਨੇ ਤਾਂ ਉਹਦੀ ਸਭ ਤੋਂ ਵੱਡੀ ਵਜ੍ਹਾ ਫਾਈਨਾਂਸ ਹੈ, ਫੰਡਸ ਹੈ, ਕਿ ਉਹਨਾਂ ਦੇ ਘਰਦਿਆਂ ਕੋਲ ਜਾਂ ਤਾਂ ਇੰਨੇ ਪੈਸੇ ਨਹੀਂ ਹੈ ਲਾਉਣ ਨੂੰ, ਕਿ ਉਹ ਜਾਣਾ ਤਾਂ ਬਾਹਰ ਜਾਂਦੇ ਆ ਪਰ ਬਾਹਰ ਜਾਣ ਨੂੰ ਖਰਚਾ ਕਿੰਨਾ ਹੋਣਾ ਹੈ, 14 ਲੱਖ 15 ਲੱਖ ਇੰਨਾ ਖਰਚਾ ਹੋਣਾ ਹੈ। ਸੋ ਉਹਨਾਂ ਦੇ ਘਰਦਿਆਂ ਕੋਲ ਫੰਡਸ ਨਹੀਂ ਹੈਗੇ, ਤਾਂ ਘਰ ਦੇ ਦੂਜਾ ਆਪਸ਼ਨ ਕੀ ਸੋਚਦੇ ਕਿ ਵਿਆਹ 4 ਸਾਲ 5 ਸਾਲ ਬਾਅਦ ਵੀ ਤਾਂ ਕਰਨਾ ਹੀ ਹੈ, ਤੇ ਕੋਈ ਐਸਾ ਪਰਿਵਾਰ ਦੇਖ ਲਓ ਜਿਹੜਾ ਫਾਈਨੈਂਸ਼ੀਅਲੀ ਸਾਊਂਡ ਹੋਵੇ, ਤਾਂ ਉਹ ਪਰਿਵਾਰ ਜਿਹੜਾ ਦੂਜਾ ਫਾਈਨੈਂਸ਼ੀਅਲੀ ਸਾਊਂਡ ਹੈ ਉਹ ਇਹ ਦੇਖ ਲੈਂਦਾ ਹੈ ਕਿ ਮੁੰਡੇ ਤੋਂ ਆਇਲਸ ਨਹੀਂ ਹੋਈ ਜਾਂ ਮੁੰਡੇ ਨੂੰ ਆਇਲਸ ਕਿਉਂ ਕਰਾਉਣੀ ਹੈ, ਮੁੰਡਾ ਡਾਇਰੈਕਟਲੀ ਉੱਥੇ ਜਾ ਕੇ ਕੰਮ ਕਰ ਲੂਗਾ। ਸੋ ਇਸ ਵਜ੍ਹਾ ਕਰਕੇ ਫਾਈਨੈਂਸ਼ੀਅਲੀ ਸਾਊਂਡ ਨਾ ਹੋਣ ਕਰਕੇ ਇਹ ਜਿਹੜੀਆਂ ਮੈਂ ਕੰਟਰੈਕਟ ਮੈਰਿਜ ਇਹਨੂੰ ਕਹੂੰਗਾ, ਕਿਉਂਕਿ ਮੈਕਸਿਮਮ ਕੰਟਰੈਕਟ ਮੈਰਿਜ ਹੀ ਚੱਲਦਾ ਹੈ, ਕਿਉਂਕਿ ਜਦੋਂ ਇੱਕ ਵਿਆਹ ਦਾ ਮੋਟਿਵ ਵਿਆਹ ਨਹੀਂ ਹੈ, ਉਹਦਾ ਮੋਟਿਵ ਬੱਚੇ ਦਾ ਉੱਥੇ ਜਾ ਕੇ ਸੈਟਲਮੈਂਟ ਹੋਣਾ ਹੈ, ਸੋ ਇਹ ਕੰਟਰੈਕਚੁਅਲ ਮੈਰਿਜਸ ਹੀ ਹੈ। ਸੋ ਕੰਟਰੈਕਚੁਅਲ ਮੈਰਿਜਸ ਵਧੀਆਂ, ਉਹ ਵਧਣ ਦੇ ਨਾਲ ਅੱਜ ਪ੍ਰੋਬਲਮ ਕਿਹਨੂੰ ਫੇਸ ਕਰਨੀ ਪੈ ਰਹੀ ਹੈ? ਕੁੜੀ ਤਾਂ ਚਲੇ ਜਾਂਦੀ ਹੈ, ਪੈਸੇ ਲੱਗੇ, ਫੀਸਾਂ ਭਰੀਆਂ ਗਈਆਂ, ਆਇਲਸ ਦੇ ਬੈਂਡ ਆਏ ਹੋਏ ਆ, ਤਾਂ ਹੀ ਰਿਸ਼ਤਾ ਪਹਿਲਾਂ ਸਿਰੇ ਚੜਦਾ ਹੈ, ਕੁੜੀ ਪਹੁੰਚ ਜਾਂਦੀ ਹੈ, ਮੁੰਡੇ ਦਾ ਬਾਅਦ ਚ ਵੀਜ਼ਾ ਨਹੀਂ ਲੱਗਦਾ, ਸਾਲ 2-2 ਸਾਲ 3-3 ਸਾਲ ਮੁੰਡੇ ਵੇਟ ਕਰਦੇ ਰਹਿੰਦੇ ਆ। ਬਾਅਦ ਦੇ ਵਿੱਚ ਕੀ ਹੁੰਦਾ ਹੈ, ਜਦੋਂ ਵੀਜ਼ਾ ਨਹੀਂ ਲੱਗਿਆ, ਕਿਉਂਕਿ ਉਸ ਫੈਮਿਲੀ ਦਾ ਮੋਟਿਵ ਹੈ ਉਹਦੇ ਮੁੰਡੇ ਦਾ ਬਾਹਰ ਪਹੁੰਚਣਾ, ਫਿਰ ਜਿਹੜਾ ਉਹ ਰਿਸ਼ਤਾ ਹੈ ਉਹ ਰਿਸ਼ਤਾ ਵੀ ਨਹੀਂ ਰਹਿੰਦਾ, ਬਾਅਦ ਚ ਦਰਾਰਾਂ ਆਉਂਦੀਆਂ ਨੇ, ਕਿੱਡੇ ਹਾਦਸੇ ਵਾਪਰ ਜਾਂਦੇ ਆ ਜੋ ਅਸੀਂ ਪਿਛਲੇ ਦਿਨ ਹੀ ਦੇਖਿਆ। ਬਿਲਕੁਲ। ਸੋ ਇਹਦੇ ਵਿੱਚ ਜੋ ਨਿਕਲ ਕੇ ਚੀਜ਼ ਸਾਹਮਣੇ ਆਉਂਦੀ ਹੈ ਉਹ ਸਿਰਫ ਤੇ ਸਿਰਫ ਇੱਕ ਪੈਸਾ ਹੈ, ਕਿ ਉਹ ਪੈਸਾ ਪਰਿਵਾਰ ਕੋਲ, ਕੁੜੀ ਦੇ ਪਰਿਵਾਰ ਵਾਲਿਆਂ ਕੋਲ ਨਾ ਹੋਣ ਦੀ ਵਜ੍ਹਾ ਕਰਕੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਇਹਦਾ ਹੱਲ ਕੀ ਹੈ ਫਿਰ? ਹੱਲ ਅਸੀਂ ਦਰਸ਼ਕਾਂ ਨੂੰ ਕਿਹਾ ਸੀ ਅੱਜ ਦੇਵਾਂਗੇ ਤੁਹਾਨੂੰ। ਇਹਦਾ ਹੱਲ ਇਹੀ ਅਸੀਂ ਲੈ ਕੇ ਆਏ ਹਾਂ ਕਿ ਅਗਰ ਬੈਂਕ ਉਸ ਬੱਚੇ ਨੂੰ ਐਜੂਕੇਸ਼ਨ ਲੋਨ ਦੇ ਦੇਵੇ, ਬੱਚੇ ਨੂੰ ਅੱਜ ਲੋੜ ਪੈਸੇ ਦੀ ਹੈ, ਬੱਚਾ ਪੜ੍ਹਨਾ ਚਾਹੁੰਦਾ ਹੈ, ਬੱਚਾ ਅਕੈਡਮਿਕਲੀ ਸਾਊਂਡ ਵੀ ਹੈ, ਉਹਦੇ ਆਇਲਸ ਦੇ ਬੈਂਡ ਵੀ ਆਏ ਹੈ, ਜੇ ਬੈਂਕ ਉਹਨੂੰ ਐਜੂਕੇਸ਼ਨ ਲੋਨ ਦੇ ਦਿੰਦਾ ਹੈ, ਜਿਹਦੀ ਕੀ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਜਦੋਂ ਤੁਹਾਡੀ ਪੜ੍ਹਾਈ ਪੂਰੀ ਹੋ ਗਈ ਉਸ ਤੋਂ ਬਾਅਦ ਤੁਸੀਂ ਉਹ ਆਸਾਨ ਕਿਸ਼ਤਾਂ ਦੇ ਵਿੱਚ ਵਾਪਸ ਕਰਨਾ ਹੈ। ਜੇ ਬੈਂਕ ਉਹਨੂੰ ਉਸ ਟਾਈਮ ਤੇ ਪੈਸਾ ਦੇ ਦੇਵੇ ਤਾਂ ਲੜਕੀਆਂ ਨੂੰ ਖਾਸ ਕਰਕੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੰਟਰੈਕਟ ਮੈਰਿਜ ਵਾਲੇ ਪਾਸੇ ਜਾਣ ਦੀ ਜ਼ਰੂਰਤ ਹੈ। ਤਾਂ ਤੁਹਾਡੇ ਕੋਲੇ ਕੋਈ ਖਾਸ ਇਹਦਾ ਜਿਹੜਾ ਹੱਲ ਮੈਂ ਤੁਹਾਨੂੰ ਕਹਿ ਰਿਹਾ ਸੀਗਾ, ਤੁਸੀਂ ਰეკਮੈਂਡ ਕੀ ਕਰਦੇ ਹੋ? ਅਸੀਂ ਰਿਕਮੈਂਡ ਕਰਦੇ ਹਾਂ, ਅਸੀਂ ਡੈਡੀਕੇਟਿਡ ਇੱਕ ਟੀਮ ਬਣਾਈ ਹੈ ਇਹਦੇ ਲਈ, ਕਿ ਜਿਹੜੀ ਫਾਈਨੈਂਸਿਸ ਦੇ ਵਿੱਚ ਬੱਚੇ ਨੂੰ ਅਸਿਸਟ ਕਰੂਗੀ, ਕਿ ਉਹਨੇ ਐਜੂਕੇਸ਼ਨ ਲੋਨ ਦੀ ਜਿਹੜੀ ਫਾਈਲ, ਗੱਲ ਕੀ ਹੁੰਦੀ ਹੈ, ਬੱਚਾ ਐਜੂਕੇਸ਼ਨ ਦੀ ਲੋਨ ਦੀ ਫਾਈਲ ਲੈ ਕੇ ਕਿਸੇ ਵੀ ਬੈਂਕ ਮੈਨੇਜਰ ਕੋਲ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਦਾ ਹੈ, ਬੈਂਕ ਮੈਨੇਜਰ ਸਟੇਟ ਅਵੇ ਮਨਾ ਕਰ ਦਿੰਦੇ ਕਿ ਜੀ ਕਿਉਂਕਿ 90% ਬੱਚਾ ਤਾਂ ਸਾਡਾ ਡਿਪਲੋਮਾ ਕਰਨ ਜਾ ਰਿਹਾ, ਬੈਂਕ ਮੈਨੇਜਰ ਮਨਾ ਕਰ ਦਿੰਦੇ ਜੀ ਬੈਂਕ ਦੀ ਪਾਲਿਸੀ ਨਹੀਂ, ਅਸੀਂ ਡਿਪਲੋਮਾ ਤੇ ਲੋਨ ਨਹੀਂ ਦੇ ਸਕਦੇ, ਜਦ ਕਿ ਪਾਲਿਸੀ ਹੈਗੀ ਹੈ। ਸਟੱਡੀ ਅਬਰੋਡ ਦੇ ਲਈ ਅਗਰ ਬੱਚਾ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਡਿਪਲੋਮਾ ਤੇ ਵੀ ਲੋਨ ਮਿਲ ਸਕਦਾ ਹੈ, ਉਹਨੂੰ ਬੈਚਲਰ ਡਿਗਰੀ ਤੇ ਵੀ ਲੋਨ ਮਿਲ ਸਕਦਾ ਹੈ, ਉਹਨੂੰ ਪੋਸਟ ਗ੍ਰੈਜੂਏਟ ਡਿਗਰੀ ਡਿਪਲੋਮਾ ਤੇ ਵੀ ਲੋਨ ਮਿਲ ਸਕਦਾ ਹੈ। ਬੈਂਕ ਮੈਨੇਜਰ ਕਿਉਂ ਹੱਥ ਖਿੱਚਦਾ ਹੈ? ਕਿ ਉਹਨੂੰ ਪਤਾ ਹੈ ਕਿ ਬੱਚੇ ਨੇ ਬਾਹਰ ਚਲੇ ਜਾਣਾ ਹੈ, ਬਾਹਰ ਜਾ ਕੇ ਬੱਚਾ ਲੋਨ ਮੋੜੇ ਨਾ ਮੋੜੇ, ਕੱਲ ਨੂੰ ਪੇਰੈਂਟਸ ਕਿੰਨੀ ਦੇਰ ਤੱਕ ਬੈਂਕ ਉਹਨਾਂ ਦੇ ਪਿੱਛੇ ਗੇੜੇ ਕੱਢੂਗਾ ਪੈਸੇ ਲੈਣ ਲਈ, ਸੋ ਉਹ ਆਪਣਾ ਪੱਲਾ ਝਾੜ ਲੈਂਦੇ ਆ, ਜ਼ਿੰਮੇਵਾਰੀ ਤੋਂ ਖਤਮ ਕਰਦੇ ਨਹੀਂ। ਅਸੀਂ ਡੈਡੀਕੇਟਡਲੀ ਇੱਕ ਟੀਮ ਬਣਾਈ ਹੈ ਕਿ ਪਹਿਲਾਂ ਤਾਂ ਬੱਚੇ ਨੂੰ ਇਹ ਦੱਸਿਆ ਜਾਵੇ ਕਿ ਕਿਹੜੀਆਂ ਰਿਕੁਆਇਰਮੈਂਟਸ ਹੈ, ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਫੁੱਲਫਿਲ ਕਰਨੀਆਂ, ਤਾਂ ਕਿ ਪਹਿਲੀ ਵਾਰ ਦੇ ਵਿੱਚ ਬੱਚੇ ਦੀ ਫਾਈਲ ਨੈਗੇਟਿਵ ਨਾ ਜਾਵੇ, ਬੱਚੇ ਦੀ ਫਾਈਲ ਪਹਿਲੀ ਵਾਰ 'ਚ ਹੀ ਅਪਰੂਵ ਹੋ ਕੇ ਆ ਜਾਵੇ। ਔਰ ਦੂਜੀ ਚੀਜ਼ ਕੀ ਹੈ ਕਿ ਇੱਕ ਜਦੋਂ ਕੋਈ ਵੀ ਕੰਮ ਇੱਕ ਸਪੈਸ਼ਲਾਈਜ਼ਡ ਟੀਮ ਨੇ ਕਰਨਾ, ਇੱਕ ਅਣਜਾਣ ਬੰਦਾ ਉਹਨੂੰ ਕਰੂਗਾ, ਤਾਂ ਉਹਦੇ ਵਿੱਚ ਬਹੁਤ ਸਾਰਾ ਫਰਕ ਹੋਊਗਾ। ਤਾਂ ਤੁਸੀਂ ਅਸਿਸਟ ਕਰਦੇ ਹੋ? ਬਿਲਕੁਲ, ਅਸੀਂ ਅਸਿਸਟ ਕਰਦੇ। ਕਿਸੇ ਕੋਲੇ ਕੁੜੀ ਪੜ੍ਹੀ ਲਿਖੀ ਹੈ, ਆਇਲਸ 'ਚ ਬੈਂਡ ਚੰਗੇ ਹੈ, ਤਾਂ ਵਿਆਹ ਨਾ ਕਰੋ, ਕੋਈ ਉਸ ਜਿਹੇ ਧੋਖੇ 'ਚ ਨਾ ਜਾਓ, ਲੋਨ ਕਰਾ ਲਓ,
ਔਰ ਫਿਰ ਪੈਸਾ ਹੌਲੀ ਹੌਲੀ ਕੁੜੀ ਕਮਾਊਗੀ ਤਾਂ ਮੋੜ ਦਿਆ ਜੇ ਉੱਥੇ ਦੇਖੋ ਜੇ ਸਿਰਫ ਇਸ ਵਜ੍ਹਾ ਕਰਕੇ ਵਿਆਹ ਹੋ ਰਿਹਾ ਕਿ ਉਹਨਾਂ ਕੋਲ ਪੈਸੇ ਲਾਉਣ ਨੂੰ ਹੈ ਨਹੀਂ ਤਾਂ ਮੈਂ ਕਹਿੰਦਾ ਬਿਲਕੁਲ ਨਾ ਕਰਿਓ। ਏਜ ਹੈਗੀ ਹੈ, ਵਿਆਹ ਦੀ ਏਜ ਹੈ, ਜਾਂ ਘਰ ਦੇ ਚਾਹੁੰਦੇ ਕਿ ਕੁੜੀ ਨੂੰ ਕੱਲੀ ਨਹੀਂ ਤੋਰਨਾ, ਵਿਆਹ ਕਰਕੇ ਤੋਰਨਾ, ਉਹ ਇੱਕ ਸੈਪਰੇਟ ਚੀਜ਼ ਹੈ। ਬਿਲਕੁਲ ਪੈਸਿਆਂ ਦੀ ਕਮੀ ਕਰਕੇ ਅਗਰ ਕੋਈ ਵਿਆਹ ਕਰ ਰਿਹਾ ਤਾਂ ਨਾ ਕਰੋ। ਤਾਂ ਐਜੂਕੇਸ਼ਨ ਲੋਨ ਤੁਹਾਨੂੰ ਪ੍ਰੋਵਾਈਡ ਹੋਊਗਾ, ਬੈਂਕਸ ਹੈਗੇ ਆ, ਬਹੁਤ ਸਾਰੇ ਫਾਈਨੈਂਸ਼ੀਅਲ NBFCs ਹੈਗੀਆਂ ਜਿਹੜੀਆਂ ਪ੍ਰੋਵਾਈਡ ਕਰਦੀਆਂ। ਸਿਰਫ 2 ਕੰਡੀਸ਼ਨਾਂ ਪੂਰੀਆਂ ਕਰਨੀਆਂ ਬੱਚੇ ਨੇ। ਉਹ ਦੋਨੇ ਕੰਡੀਸ਼ਨਾਂ ਕੀ ਹੈ? ਮਦਰ ਜਾਂ ਫਾਦਰ ਦੋਨਾਂ ਦੀ ਇਨਕਮ ਟੈਕਸ ਰਿਟਰਨ ਚਾਹੇ ਦੋਨਾਂ ਦੀ ਮਿਲਾ ਕੇ 4 ਜਾਂ 5 ਲੱਖ ਦੀ ਹੋ ਜੇ, ਤੇ ਦੋਨਾਂ ਦੀ ਜਿਹੜੀ ਮੰਥਲੀ ਇਨਕਮ ਹੈ ਮਿਲਾ ਕੇ ਅਗਰ 30 ਜਾਂ 40 ਹਜ਼ਾਰ ਹੋ ਜਾਂਦੀ ਹੈ ਤਾਂ ਇਹ ਦੋਨੋਂ ਕੰਡੀਸ਼ਨਸ ਅਗਰ ਪੂਰੀਆਂ ਕਰਦੇ ਆ ਤਾਂ ਬੈਂਕ 15 ਲੱਖ ਤੱਕ ਦਾ ਲੋਨ ਉਸ ਬੱਚੇ ਨੂੰ ਸੈਂਕਸ਼ਨ ਕਰ ਰਿਹਾ, ਸਿਰਫ ਇਸ ਕੰਡੀਸ਼ਨ ਤੇ ਕਿ ਉਸ ਬੱਚੇ ਨੇ ਬਾਹਰ ਜਾ ਕੇ ਪੜ੍ਹਨਾ ਹੈ। ਸੋ ਬੱਚੇ ਨੂੰ ਵੀ ਲੋਨ ਬੱਚੇ ਨੂੰ ਯੂਜ਼ ਕਰਨ ਲਈ ਨਹੀਂ ਮਿਲਣਾ, ਡਾਇਰੈਕਟਲੀ ਉਸ ਕਾਲਜ ਜਾਂ ਯੂਨੀਵਰਸਿਟੀ ਨੂੰ ਪੈਸੇ ਟ੍ਰਾਂਸਫਰ ਹੋਣੇ ਆ, ਬੱਚਾ ਉਹਨਾਂ ਨੂੰ ਨਹੀਂ ਵਰਤ ਸਕਦਾ। ਹਾਂ, ਕਈ ਵਾਰ ਕੀ ਹੁੰਦਾ ਕਿ ਮਦਰ ਕੰਮ ਨਹੀਂ ਕਰਦੇ ਹੁੰਦੇ, ਫਾਦਰ ਦੀ ਇਨਕਮ ਘੱਟ ਹੈ ਜਾਂ ਇਨਕਮ ਟੈਕਸ ਰਿਟਰਨ ਕੋਈ ਨਹੀਂ ਭਰਦਾ, ਤਾਂ ਉਸ ਕੇਸ ਦੇ ਵਿੱਚ ਵੀ ਕੋਈ ਰਿਲੇਟਿਵ ਹੈਗਾ, ਕੋਈ ਫਰੈਂਡ ਸਰਕਲ ਹੈ, ਅਗਰ ਇਹੀ ਕੰਡੀਸ਼ਨਾਂ ਪੂਰੀਆਂ ਕਰਦਾ ਹੋਇਆ ਉਹ ਬੰਦਾ ਇਹਨਾਂ ਦੀ ਗਾਰੰਟੀ ਪਾ ਦਿੰਦਾ ਕਿ ਉਹ ਗਾਰੰਟਰ ਬੰਦਾ, ਉਹਦੀ 30-40 ਹਜ਼ਾਰ ਦੀ ਮੰਥਲੀ ਇਨਕਮ ਹੈਗੀ ਹੈ, ਉਹ ਬੰਦੇ ਦੀ 4-5 ਲੱਖ ਦੀ ਇਨਕਮ ਟੈਕਸ ਰਿਟਰਨ ਹੈ, ਅਗਰ ਉਹ ਗਾਰੰਟੀ ਪਾ ਦਿੰਦਾ ਤਾਂ ਉਸ ਕੇਸ ਦੇ ਵਿੱਚ ਵੀ 15 ਲੱਖ ਤੱਕ ਦਾ ਜਿਹੜਾ ਐਜੂਕੇਸ਼ਨ ਲੋਨ ਹੈ ਉਹ ਬੱਚੇ ਦਾ ਸੈਂਕਸ਼ਨ ਹੋ ਜਾਊਗਾ। ਔਰ ਇਹ ਤੁਸੀਂ ਕਰਦੇ ਹੋ ਜਾਂ ਤੁਸੀਂ ਅਸਿਸਟ ਕਰੋਗੇ ਸਿਰਫ ਫਾਈਨੈਂਸ਼ੀਅਲ? ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ। ਅਸੀਂ ਪਹਿਲੀ ਸਟੇਜ ਤੋਂ ਲੈ ਕੇ ਐਂਡ ਤੱਕ ਬੱਚੇ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ, ਜਦੋਂ ਤੱਕ ਲੋਨ ਡਿਸਬਰਸ ਹੋ ਕੇ ਬੱਚੇ ਦੇ ਅਕਾਊਂਟ ਦੇ ਵਿੱਚ ਨਹੀਂ ਆ ਜਾਂਦਾ ਉਦੋਂ ਤੱਕ। ਔਰ ਉਹਦੀ ਜ਼ਿੰਮੇਵਾਰੀ ਵਾਪਸ ਕਰਨ ਦੀ ਲੋਨ ਔਰ ਉਹ ਸਾਰੀ ਪਰਿਵਾਰ ਦੀ ਰਹਿ ਜਾਂਦੀ ਹੈ ਪਿੱਛੋਂ, ਜਾਂ ਜਿਹੜਾ ਬੱਚਾ ਬਾਹਰ ਚਲਾ ਗਿਆ ਉਹਦੀ ਹੈ? ਦੇਖੋ, ਲੋਨ ਬੱਚੇ ਨੇ ਲਿਆ, ਬੱਚੇ ਨੂੰ ਕਿਸ ਪਰਪਸ ਵਾਸਤੇ ਲੋਨ ਮਿਲਿਆ? ਬੱਚੇ ਨੂੰ ਐਜੂਕੇਸ਼ਨ ਅਬਰੋਡ ਕਰਕੇ ਲੋਨ ਮਿਲਿਆ। ਉਹਦਾ ਜੇ ਲੌਜੀਕਲੀ ਦੇਖੀਏ ਤਾਂ ਉਹ ਵਾਪਸ ਤਾਂ ਬੱਚੇ ਨੂੰ ਕਰਨਾ ਚਾਹੀਦਾ ਹੈ, ਪਰ ਪੇਰੈਂਟਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ ਪੇਰੈਂਟਸ ਦੀ ਇਨਕਮ ਉਹ ਇਸ ਕਰਕੇ ਦੇਖਦੇ ਕਿ ਬੱਚੇ ਨੇ ਉੱਥੇ ਬਾਹਰ ਚਲੇ ਜਾਣਾ। ਲਾਇਬਲ ਪੇਰੈਂਟਸ ਵੀ ਨੇ ਨਾਲ। ਬਿਲਕੁਲ, ਪੇਰੈਂਟਸ ਹੈ, ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਨਾ। ਸੋ ਪੇਰੈਂਟਸ ਨੇ ਅਗਰ ਬੱਚਾ ਉਹਨੂੰ ਵਾਪਸ ਕਰਦਾ ਹੈ ਟਾਈਮਲੀ ਤਾਂ ਬਹੁਤ ਵਧੀਆ ਚੀਜ਼ ਹੈ, ਅਦਰਵਾਈਜ਼ ਲਾਇਬਿਲਿਟੀ ਪੇਰੈਂਟਸ ਦੀ ਹੈ। ਤੇ ਉਹਦੀ ਕੰਡੀਸ਼ਨ ਕੀ ਹੈ ਮਿਨੀਮਮ? ਤੁਸੀਂ ਕੇਸ ਚੰਗਾ ਜਿਹੜਾ ਮੰਨਦੇ ਹੋ 40-50 ਹਜ਼ਾਰ ਦੀ ਅਰਨਿੰਗ ਹੋਵੇ? ਹਾਂਜੀ, ਇਹ ਦੋ ਚੀਜ਼ਾਂ ਮੇਨ ਹੈਗੀਆਂ। ਇੱਕ ਤਾਂ ਇਨਕਮ ਉਹਨਾਂ ਦੀ ਮੰਥਲੀ 30 ਤੋਂ 40 ਹਜ਼ਾਰ ਦੀ ਇਨਕਮ ਹੋਣੀ ਚਾਹੀਦੀ ਹੈ, ਚਾਹੇ ਸਿੰਗਲ ਬੰਦੇ ਦੀ ਹੋਵੇ ਜਾਂ ਮਦਰ ਫਾਦਰ ਦੀ ਕਲੱਬ ਕਰਕੇ ਹੋ ਜੇ ਜਾਂ ਕਿਸੇ ਭੈਣ ਭਰਾ ਦੀ ਹੋਵੇ। ਦੂਜੀ ਚੀਜ਼ ਇਨਕਮ ਟੈਕਸ ਰਿਟਰਨਾਂ ਉਹਨਾਂ ਕੋਲ ਹੋਣੀਆਂ ਚਾਹੀਦੀਆਂ 4 ਤੋਂ 5 ਲੱਖ ਦੀਆਂ। ਇਹੀ ਮੇਨ 2 ਕੰਡੀਸ਼ਨਾਂ ਹੈ। ਬਾਕੀ ਐਜੂਕੇਸ਼ਨਲ ਡਾਕੂਮੈਂਟ ਤਾਂ ਬੱਚੇ ਕੋਲ ਹੁੰਦੇ ਹੀ ਹੈ ਕਿ ਬੱਚੇ ਦੀ ਜਿਹੜੀ ਪਰਸੈਂਟੇਜ ਹੈ ਉਹ 55% ਹੈ, ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਬੱਚੇ ਕੋਲ IELTS ਦਾ ਜਿਹੜੀਆਂ ਐਡਮਿਸ਼ਨ ਦੀਆਂ ਰਿਕੁਆਇਰਮੈਂਟ ਹੈਗੀਆਂ ਕਿ ਬੱਚੇ ਨੂੰ ਆਫਰ ਲੈਟਰ ਕਾਲਜ ਯੂਨੀਵਰਸਿਟੀ ਤੋਂ ਉਦੋਂ ਹੀ ਮਿਲੂਗੀ ਜਦੋਂ ਬੱਚਾ ਐਲੀਜੀਬਲ ਹੋਊਗਾ। ਸੋ ਆਫਰ ਲੈਟਰ ਵੀ ਉਹਨਾਂ ਨੇ ਦੇਖਣੀ ਹੈ, ਬਾਕੀ ਫਾਈਨੈਂਸਸ ਉਹਨਾਂ ਨੇ ਪੇਰੈਂਟਸ ਦੇ ਦੇਖ ਲੈਣੇ। ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਉਹਨਾਂ ਨੇ ਸੈਂਕਸ਼ਨ ਲੈਟਰ ਦੇ ਦੇਣੀ ਹੈ। ਸੈਂਕਸ਼ਨ ਲੈਟਰ ਤੋਂ ਬਾਅਦ ਫਾਈਨਲ ਡਿਸਬਰਸਮੈਂਟ ਵਿਦਨ ਅ ਵੀਕ ਬੱਚੇ ਦੇ ਜਿਹੜਾ ਅਕਾਊਂਟ ਓਪਨ ਹੁੰਦਾ ਹੈ ਉਹਦੇ 'ਚ ਹੋ ਜਾਣੀ ਹੈ। ਜਿਹੜੇ ਤੁਸੀਂ ਨਰਸਿੰਗ ਦੀ ਗੱਲ ਕਰ ਰਹੇ ਸੀ ਉਹਨਾਂ ਕੋਰਸਸ ਦੇ ਵਿੱਚ ਵੀ ਇਹ ਲੋਨ ਫੈਸਿਲਿਟੀ ਹੋ ਸਕਦੀ ਹੈ ਬੱਚੇ ਦੀ? ਬਿਲਕੁਲ, ਬੱਚਾ ਕਿਸੇ ਵੀ ਬੈਕਗ੍ਰਾਉਂਡ ਤੋਂ ਹੋਵੇ, ਬੱਚਾ ਚਾਹੇ ਬਿਜ਼ਨਸ ਦੀ ਸਟੱਡੀ ਕਰਨ ਜਾ ਰਿਹਾ ਹੈ, ਬੱਚਾ ਚਾਹੇ ਹੈਲਥ ਦੇ ਰਿਲੇਟਡ ਕੋਈ ਸਟੱਡੀ ਕਰਨ ਜਾ ਰਿਹਾ, ਬੱਚਾ ਕੋਈ ਇੰਜੀਨੀਅਰਿੰਗ ਦੀ ਸਟੱਡੀ ਕਰਨ ਜਾ ਰਿਹਾ, ਕੋਈ ਵੀ ਐਜੂਕੇਸ਼ਨ ਬੈਕਗ੍ਰਾਉਂਡ ਦਾ ਬੱਚਾ, ਤੇ ਚਾਹੇ ਬੱਚੇ ਦੇ ਪੇਰੈਂਟਸ ਦੀ ਵੀ ਬੈਕਗ੍ਰਾਉਂਡ ਕੋਈ ਵੀ ਹੋਵੇ, ਚਾਹੇ ਸੈਲਰੀਡ EMPLOYEE ਹੈ, ਚਾਹੇ ਗਵਰਨਮੈਂਟ EMPLOYEE ਹੈ, ਚਾਹੇ ਕੋਈ ਬਿਜ਼ਨਸ ਕਰ ਰਿਹਾ, ਚਾਹੇ ਕਿਸੇ ਦੀ ਕੋਈ ਜੌਬ ਹੈ, ਕਿਸੇ ਦੀ ਕੋਈ ਦੁਕਾਨ ਹੈ, ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਕੰਮ ਕਰਦੇ ਆ ਜਿਹਦੇ ਉਹ ਪ੍ਰੂਫ ਪ੍ਰੋਵਾਈਡ ਕਰ ਸਕਦਾ ਹੈ, ਸੋ ਸਾਰੇ ਐਲੀਜੀਬਲ ਹੈ। ਮੈਂ ਤਾਂ ਕਹਿ ਰਿਹਾ ਕਿਉਂਕਿ ਜੇ ਨਰਸਿੰਗ ਵਾਲੀਆਂ ਕੁੜੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ, ਜਿਸ ਤਰ੍ਹਾਂ ਅਸੀਂ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਮਾਂ ਪਿਓ ਵਿਆਹੁਣ ਦਾ ਨਾ ਸੋਚਣ ਕਿ ਪੈਸੇ ਉੱਥੋਂ ਆ ਜਾਣਗੇ ਔਰ ਕੁੜੀ ਭੇਜ ਦਿਆਂਗੇ, ਕਿ ਉਹਨਾਂ ਵਾਸਤੇ ਇੱਕ ਆਪਸ਼ਨ ਹੈਗੀ ਹੈ। ਬਿਲਕੁਲ ਹੈਗੀ ਹੈ ਜੀ। ਨਰਸਿੰਗ ਹੁਣ ਇੱਕ ਲੜਕੀ ਜਿਹੜੀ BSc ਨਰਸਿੰਗ ਕਰਦੀ ਹੈ, BSc ਨਰਸਿੰਗ ਕਰਨ ਤੋਂ ਬਾਅਦ ਸਾਲ 2 ਸਾਲ 3 ਸਾਲ ਪ੍ਰੈਕਟਿਸ ਵੀ ਕਰਦੇ ਆ, ਤਾਂ ਉਹਦੀ ਨਾਰਮਲੀ ਏਜ ਬੱਚੇ ਦੀ 24-25 ਸਾਲ 26 ਸਾਲ ਏਜ ਹੋ ਜਾਂਦੀ ਹੈ। ਤਾਂ ਉਸ ਏਜ ਗਰੁੱਪ ਦੇ ਜਿਹੜੇ ਬੱਚੇ ਹੈਗੇ ਉਹ ਵੀ ਐਜੂਕੇਸ਼ਨ ਲੋਨ ਦੇ ਲਈ ਐਲੀਜੀਬਲ ਹੈਗੇ, ਉਹਨਾਂ ਨੂੰ ਵੀ ਮਿਲੂਗਾ। ਇਹਦੇ 'ਚ ਏਜ ਦਾ ਕੋਈ ਕ੍ਰਾਈਟੇਰੀਆ ਨਹੀਂ, ਕ੍ਰਾਈਟੇਰੀਆ ਸਿਰਫ ਇਹੀ ਹੈ ਕਿ ਬੱਚੇ ਦਾ ਪ੍ਰੋਫਾਈਲ ਜੈਨੂਇਨ ਹੋਵੇ ਔਰ ਬੱਚੇ ਦੀ ਇੰਟੈਂਸ਼ਨ ਦਿਖਦੀ ਹੋਣੀ ਚਾਹੀਦੀ ਹੈ ਕਿ ਬੱਚੇ ਨੇ ਸਿਰਫ ਉੱਥੇ ਜਾ ਕੇ ਸਟੱਡੀ ਕਰਨੀ ਹੈ। ਸੀਰੀਅਸ ਸਟੂਡੈਂਟ ਹੋਵੇ ਉਹਨਾਂ ਨੂੰ ਐਜੂਕੇਸ਼ਨ ਲੋਨ ਮਿਲੂਗਾ। ਜਿਹੜੀ ਨਰਸਿੰਗ ਦੀ ਵੀਜ਼ਾ ਪ੍ਰੋਬੇਬਿਲਿਟੀ ਕਿੰਨੀ ਕੁ ਹੁੰਦੀ ਹੈ? ਜੇ ਆਊਟ ਆਫ 10 ਮੈਂ ਇੱਕ ਆਈਡੀਆ ਲੈਣ ਦੀ ਕੋਸ਼ਿਸ਼ ਕਰਾਂ ਤਾਂ ਕਿੰਨੇ ਬੱਚਿਆਂ ਦੇ ਚੰਗੇ ਕੇਸਿਸ 6 ਈਚ ਹੋਵੇ, ਗੁੱਡ ਸਕੋਰ ਹੋਵੇ ਸਾਰਾ, ਉਹਦੇ 'ਚ ਕਿੰਨੀ ਕੁ ਪ੍ਰੋਬੇਬਿਲਿਟੀ ਹੁੰਦੀ ਹੈ? ਪ੍ਰੋਬੇਬਿਲਿਟੀ ਮੋਰ ਦੈਨ 95% ਮੈਂ ਕਹੂੰਗਾ। ਰੀਜ਼ਨ ਬੀਇੰਗ ਕਿ ਨਰਸਿੰਗ ਦੀ ਪੜ੍ਹਾਈ ਪਹਿਲਾਂ ਤਾਂ ਇੱਥੇ ਸੌਖੀ ਨਹੀਂ ਹੈ, ਹਰ ਬੰਦਾ ਨਰਸਿੰਗ ਨਹੀਂ ਕਰ ਸਕਦਾ। ਮੈਡੀਕਲ ਦੀ ਸਟੱਡੀ ਕੋਈ ਇੰਨੀ ਸੌਖੀ ਨਹੀਂ ਹੈ ਕਿ ਕੋਈ ਵੀ ਕਰ ਸਕਦਾ। ਸੋ ਜਿਹੜੇ ਬੱਚੇ ਨੇ ਨਰਸਿੰਗ ਕੀਤੀ ਹੈ, ਜਿਹੜਾ ਬੱਚਾ ਨਰਸਿੰਗ ਬੈਕਗ੍ਰਾਉਂਡ ਜਿਹਨੇ BSc ਨਰਸਿੰਗ ਕਰ ਲਈ ਹੈ, GNM ਵੀ ਕਰ ਲਈ ਹੈ, ਮੈਡੀਕਲ ਪਾਸ ਆਊਟ ਵੀ ਜਿਹੜਾ ਬੱਚਾ ਹੈਗਾ, ਤਾਂ ਉਹ ਇੱਕ ਵਧੀਆ ਬੱਚਾ ਹੋਊਗਾ, ਤਾਂ ਹੀ ਉਹਦੀ ਜਿਹੜੀ ਪਾਸਿੰਗ ਪਰਸੈਂਟੇਜ, ਤਾਂ ਹੀ ਉਹ, ਕਿਉਂਕਿ ਐਡਮਿਸ਼ਨ ਕ੍ਰਾਈਟੇਰੀਆ ਜਿਹੜਾ ਹੈਗਾ ਉਹ 60% ਦਾ ਹੈ ਕਿ 60% ਬੱਚੇ ਦੀ ਹੋਣੀ ਚਾਹੀਦੀ ਹੈ +2 ਵਾਲੇ ਦੀ। ਤੇ ਜੇ GNM ਜਾਂ BSc ਨਰਸਿੰਗ ਕੀਤੀ ਹੈ ਤਾਂ ਉਹਦੇ 'ਚ ਵੀ 55% ਹੋਣਾ ਚਾਹੀਦਾ। ਸੋ 55% ਅਗਰ ਕਿਸੇ ਬੱਚੇ ਦੇ ਆਏ ਹੈ, 6 ਈਚ ਉਹਨੇ ਬੈਂਡ ਲਏ ਆ, ਤਾਂ ਅਕੈਡਮਿਕਲੀ ਉਹ ਬੱਚਾ ਠੀਕ ਹੈ, ਵਧੀਆ ਹੈ। ਸੋ ਐਸੇ ਬੱਚੇ ਦਾ ਵੀਜ਼ਾ
ਮੋਰ ਦੈਨ 95% ਚਾਂਸਸ ਹੈ ਸਿਰਫ ਤੇ ਸਿਰਫ ਇੱਕ ਆਪਸ਼ਨ ਫਾਈਨੈਂਸ ਰਹਿ ਜਾਂਦਾ ਹੈ ਕਿ ਫਾਈਨੈਂਸ ਵੀ ਅਗਰ ਠੀਕ ਹੈ ਤਾਂ 100% ਉਹਨੂੰ ਵੀਜ਼ਾ ਮਿਲਣਾ ਹੀ ਮਿਲਣਾ। ਇਹ ਮੇਰੇ ਖਿਆਲ ਵਨ ਆਫ ਦਾ ਹਾਈਐਸਟ ਪੇਡ ਹੋਊਗਾ ਉੱਥੇ $28 ਪਰ ਆਰ, ਜਿਹੜੇ ਨਾਰਮਲੀ ਇੱਥੋਂ ਸਾਡੇ ਜਿਹੜੇ ਜਾਂਦੇ ਉਹਨਾਂ ਨੂੰ ਕੋਈ $12 $14 ਦੇ ਉੱਤੇ ਉਹ ਕੰਮ ਕਰਦੇ ਆ। ਦੇਖੋ ਇਹੀ ਤਾਂ ਚੀਜ਼ ਹੈ ਨਾ, ਕੋਈ ਐਸਾ ਪ੍ਰੋਫੈਸ਼ਨ ਨਹੀਂ ਹੈ, ਕੋਈ ਐਸਾ ਐਜੂਕੇਸ਼ਨ ਸੈਕਟਰ ਨਹੀਂ ਹੈ ਜਿਹਦੇ ਵਿੱਚ ਪਹਿਲੀ ਚੀਜ਼ ਤਾਂ ਕਾਲਜ ਤੇ ਯੂਨੀਵਰਸਿਟੀ 100% ਪਲੇਸਮੈਂਟ ਕਰਾਉਂਦੇ ਹੁਣ, ਕੋਈ ਐਸਾ ਸੈਗਮੈਂਟ ਨਹੀਂ ਹੈ। ਦੂਜੀ ਚੀਜ਼ ਤੁਸੀਂ ਕੋਈ ਵੀ ਦੇਖ ਲਓ, ਬੱਚੇ ਜ਼ਿਆਦਾਤਰ ਕਰਨ ਕੀ ਜਾਂਦੇ ਆ, ਬੱਚੇ ਬਿਜ਼ਨਸ ਦਾ ਕੋਰਸ ਕਰਨ ਜਾਂਦੇ ਆ ਜਾਂ ਬੱਚੇ ਕੰਪਿਊਟਰ ਦਾ ਕੋਰਸ ਕਰਨ ਜਾਂਦੇ ਆ, ਤਾਂ ਕਿੰਨੀਆਂ ਕੁ ਜੌਬ ਕੱਲ ਨੂੰ ਕਿੰਨੇ ਕੁ ਬਿਜ਼ਨਸਮੈਨ ਜਾਂ ਬਿਜ਼ਨਸ ਕੀਤੇ ਹੋਏ ਪੜ੍ਹਾਈ ਵਾਲੇ ਬੱਚਿਆਂ ਨੂੰ ਜੌਬ ਮਿਲ ਜਾਣੀ ਹੈ। ਬੱਚਿਆਂ ਦਾ ਅਲਟੀਮੇਟ ਮੋਟਿਵ ਕੀ ਹੈ ਕਿ ਉੱਥੇ ਜਾ ਕੇ ਕਰਨਾ ਕੰਮ ਹੈ। ਕਿਸੇ ਨੇ ਚਾਹੇ ਕਿਸੇ ਵੀ ਤਰ੍ਹਾਂ ਦਾ ਕੰਮ ਉਹਨੂੰ ਮਿਲ ਗਿਆ, ਚਾਹੇ ਕੋਈ ਟੈਕਸੀ ਚਲਾ ਰਿਹਾ ਹੈ ਜਾਂ ਕਿਸੇ ਨੇ ਟਰੱਕ ਚਲਾਉਣਾ ਹੈ ਜਾਂ ਕਿਸੇ ਨੇ ਕਿਸੇ ਕੰਪਨੀ ਦੇ ਵਿੱਚ ਪ੍ਰਾਈਵੇਟ ਜੌਬ ਹੋ ਗਈ ਜਾਂ ਕਿਸੇ ਨੇ ਆਪਣਾ ਬਿਜ਼ਨਸ ਸੈਟਅਪ ਕਰਨਾ ਹੈ। ਸੋ ਹਾਈਐਸਟ ਪੇਡ ਜੌਬ ਜਿਹੜੀ ਹੈਗੀ ਉਹ ਹੈਲਥ ਕੇਅਰ ਵਰਕਰਸ ਦੀ ਹੋਈ ਹੈ। ਔਰ ਸਭ ਤੋਂ ਬੜੀ ਚੀਜ਼ ਕੀ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ ਡਿਮਾਂਡ ਹੈ, ਉਹਨਾਂ ਨੂੰ ਚਾਹੀਦੇ ਹੈ PR ਈਜ਼ੀਲੀ ਹੋ ਜਾਂਦੀ ਹੋਣੀ। ਬਿਲਕੁਲ PR ਹੋਣੀ ਹੈ। ਦੇਖੋ ਜਿਹੜੇ PR ਹੋਣੀ ਕਿੱਦਾਂ ਹੈ, ਬੱਚੇ ਦੀ ਪੜ੍ਹਾਈ ਪੂਰੀ ਹੋ ਗਈ, ਪੜ੍ਹਾਈ ਪੂਰੀ ਹੋਣ ਤੋਂ ਬਾਅਦ ਬੱਚੇ ਕੋਲ ਜੌਬ ਹੋਣੀ ਚਾਹੀਦੀ ਹੈ। ਜਿਸ ਬੱਚੇ ਕੋਲ ਜੌਬ ਹੈ 100% ਪਲੇਸਮੈਂਟ ਦੀ ਗਾਰੰਟੀ, ਉਹ ਜਦੋਂ ਉਹਦੇ ਐਜੂਕੇਸ਼ਨ ਪ੍ਰੋਵਾਈਡਰ ਨੇ ਚੱਕ ਲਈ, ਉਹਨੂੰ ਜੌਬ ਮਿਲ ਗਈ ਤਾਂ ਉਹਦੀ PR ਕੋਈ ਰੋਕ ਹੀ ਨਹੀਂ ਸਕਦਾ, PR ਹੋਣੀ ਹੋਣੀ ਹੈ। ਬਿਲਕੁਲ, ਬਹੁਤ ਧੰਨਵਾਦ, ਤੁਸੀਂ ਇਹ तमाम ਜਾਣਕਾਰੀ ਦਿੱਤੀ ਹੈ ਔਰ ਬਹੁਤ ਇੰਪੋਰਟੈਂਟ ਹੈ, ਖਾਸ ਤੌਰ ਤੇ ਨਰਸਿੰਗ ਵਾਲੇ ਮੈਡੀਕਲ ਬੈਕਗ੍ਰਾਉਂਡ ਵਾਲੇ ਜਿੰਨੇ ਸਟੂਡੈਂਟਸ ਨੇ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਜਾਣਕਾਰੀ ਹੈ। ਔਰ ਇੱਕ ਇਹ ਵੱਡੀ ਗੱਲ ਇਹ ਹੈ, ਜਿਸ ਤਰ੍ਹਾਂ ਸੁਨੀਲ ਜੀ ਨੇ ਹੁਣੇ ਦੱਸਿਆ ਕਿ ਲੋਨ ਕਿਸੇ ਵੀ, ਸਿਰਫ ਮੈਡੀਕਲ ਦੀ ਗੱਲ ਨਹੀਂ ਕਰ ਰਹੇ, ਕਿਸੇ ਵੀ ਤੁਸੀਂ ਕੋਰਸ ਦੇ ਲਈ ਜਾਣਾ ਚਾਹੁੰਦੇ ਹੋ, ਜੇ ਪੈਸੇ ਦੀ ਦਿੱਕਤ ਹੈ ਤਾਂ ਇਹ ਫੈਸਿਲਿਟੇਟ ਕਰ ਰਹੇ ਹੈ ਕਿ ਤੁਹਾਨੂੰ ਬੈਂਕ ਤੋਂ ਔਰ ਹੋਰ ਵੀ ਜਿਹੜੇ ਲੋਨ ਪ੍ਰੋਵਾਈਡਰਸ ਹੋਣਗੇ ਆਮ ਸ਼ੋਰ ਉਹਨਾਂ ਤੋਂ ਇਹ ਬੜੀ ਜਲਦ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਕਰਾ ਕੇ ਦਿੰਦੇ ਆ। ਇਸ ਪੇਸ਼ਕਸ਼ 'ਚ ਨਹੀਂ, ਇਜਾਜ਼ਤ ਦਿਓ, ਧੰਨਵਾਦ।